ਆਖਰ ਚੀਨ ਨਾਲ ਭਾਰਤ ਦਾ ਝਗੜਾ ਵੱਧ ਹੀ ਗਿਆ ਹੈ। ਪਿਛਲੇ ਦਿਨੀਂ ਲਦਾਖ ਖੇਤਰ ਦੀ ਜਿਹੜੀ ਗਲਵਾਨ ਵਾਦੀ ਹੈ, ਉਹਦੇ ਵਿੱਚ ਜਿਹੜੀਆਂ ਹੱਥੋਂ ਹੱਥੀ ਝੜਪਾਂ ਹੋਈਆਂ ਹਨ, ਉਹਦੇ ਵਿੱਚ 20 ਭਾਰਤੀ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ ਇੱਕ ਆਫੀਸਰ ਰੈਂਕ ਦਾ ਅਧਿਕਾਰੀ ਵੀ ਹੈ। ਇਹਨਾਂ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਪੰਜਾਬ ਦਾ ਨੌਜਵਾਨ ਵੀ ਸ਼ਹੀਦ ਹੋਇਆ ਹੈ। ਉਹਨੇ ਬਹੁਤ ਹੀ ਯੰਗ ਉਮਰ ਦਾ ਜਿਹੜਾ ਨੌਜਵਾਨ ਸੀ, ਉਹਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 19 ਹੋਰ ਜਿਹੜੇ ਨੌਜਵਾਨ ਨੇ ਉਹ ਮਾਰੇ ਗਏ ਨੇ ਭਾਰਤੀ ਫੌਜ ਦੇ। ਸੋ ਝਗੜਾ ਹੈ ਜਿਹੜਾ, ਬੇਸ਼ੱਕ ਭਾਰਤੀ ਨੇਤਾਵਾਂ ਨੇ ਬਹੁਤ ਯਤਨ ਕਰਿਆ ਕਿ ਝਗੜਾ ਨਾ ਹੋਵੇ, ਪਰ ਆਖਰ ਝਗੜਾ ਵੱਧ ਹੀ ਗਿਆ। ਅਤੇ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਹਦੇ ਵਿੱਚ ਭਾਰਤੀ ਫੌਜ ਦੇ ਜਵਾਨ ਆ ਜਿਹੜੀ ਚੀਨ ਦੀ ਇੱਕ ਗੱਡੀ ਉੱਤੇ ਹਮਲੇ ਕਰ ਰਹੇ ਸਨ, ਰੋਡਾਂ ਨਾਲ ਅਤੇ ਹੋਰ ਉਹਨਾਂ ਦੇ ਡੰਡਿਆਂ ਵਗੈਰਾ ਨਾਲ। ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਤੇ ਈਵਨ ਰੱਖਿਆ ਮੰਤਰਾਲੇ ਨੇ ਵੀ ਉਸ ਵੀਡੀਓ ਨਾਲ ਕੋਈ ਵੀ ਸੰਬੰਧ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਔਰ ਉਹਨਾਂ ਨੇ ਮੀਡੀਆ ਨੂੰ ਇਹ ਆਖਿਆ ਸੀ ਵੀ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਦਿਖਾ ਕੇ ਮਾਹੌਲ ਵਿੱਚ ਕੁੜੱਤਣ ਪੈਦਾ ਨਾ ਕਰਨ। ਹਾਲਾਂਕਿ ਉਹ ਵੀਡੀਓ ਭਾਰਤੀ ਫੌਜੀ ਜਵਾਨਾਂ ਦੀ ਬਹਾਦਰੀ ਦਾ ਕਿੱਸਾ ਕਹਿੰਦੀ ਸੀ, ਕਿਉਂਕਿ ਉਹਨਾਂ ਨੇ ਚੀਨ ਦੇ ਜਿਹੜੇ ਨੌਜਵਾਨ ਸੀ ਜਾਂ ਚੀਨ ਦੀਆਂ ਜਿਹੜੀਆਂ ਫੌਜਾਂ ਸੀ, ਉਹਨਾਂ ਨੂੰ ਕੁੱਟਮਾਰ ਕਰਕੇ ਪਿੱਛੇ ਧੱਕ ਦਿੱਤਾ ਸੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਉਸ ਵੀਡੀਓ 'ਤੇ ਮਾਣ ਕੀਤਾ ਜਾਂਦਾ ਔਰ ਉਹਨਾਂ ਨੂੰ ਟੈਲੀਵਿਜ਼ਨ ਚੈਨਲਾਂ 'ਤੇ ਪ੍ਰਚਾਰਿਆ ਜਾਂਦਾ ਵੀ ਸਾਡੇ ਫੌਜੀਆਂ ਨੇ ਬਹਾਦਰੀ ਦਿਖਾਈ ਹੈ। ਪਰ ਇੱਕ ਬਿਲਕੁਲ ਹੀ ਯੂ ਟਰਨ ਮਾਰਦਿਆਂ ਹਿੰਦੂ ਜਥੇਬੰਦੀਆਂ ਜਾਂ ਹਿੰਦੂ ਸਰਕਾਰ ਨੇ ਜਾਂ ਹਿੰਦੁਸਤਾਨ ਦੀ ਜਿਹੜੀ ਇਹ ਇੱਕ ਨਵੀਂ ਕਿਸਮ ਦੀ ਸਰਕਾਰ ਹੈ, ਜਿਹੜੀ ਇੱਕ ਤਰ੍ਹਾਂ ਨਾਲ ਹਿੰਦੂ ਨੈਸ਼ਨਲਿਜ਼ਮ ਨੂੰ ਭੜਕਾ ਰਹੀ ਹੈ, ਉਹਦੇ ਵੱਲੋਂ ਇਹ ਯੂ ਟਰਨ ਮਾਰਿਆ ਜਾਣਾ ਕਾਫੀ ਇੱਕ ਤਰ੍ਹਾਂ ਨਾਲ ਅਚੰਭਾਜਨਕ ਲੱਗ ਰਿਹਾ ਸੀ। ਵੀ ਇਸ ਤਰ੍ਹਾਂ ਦਾ ਉਹਨਾਂ ਦਾ ਕਦੇ ਵੀ ਸੁਭਾਅ ਨਹੀਂ ਰਿਹਾ। ਉਹ ਤਾਂ ਛੋਟੀ ਛੋਟੀ ਗੱਲ ਤੋਂ ਖੁਸ਼ੀਆਂ ਲੈਣ ਵਾਲੇ ਨੇ। ਕਿਸੇ ਇੱਕ ਫੌਜੀ ਦਾ ਡੰਡਾ ਵੀ ਮਾਰ ਦਿੱਤਾ ਜਾਵੇ ਦੂਸਰੇ ਮੁਲਕ ਦੇ ਫੌਜੀ ਦਾ, ਅਤੇ ਉਹਨੂੰ ਮੀਡੀਆ 'ਤੇ ਪ੍ਰਚਾਰਿਆ ਜਾਂਦਾ, ਗਲੋਰੀਫਾਈ ਕੀਤਾ ਜਾਂਦਾ, ਅਤੇ ਉਹਦੀਆਂ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ। ਔਰ ਜਿਸ ਕਿਸਮ ਦਾ ਦੇਸ਼ ਦੇ ਅੰਦਰ ਮਾਹੌਲ ਬਣਾਇਆ ਗਿਆ ਹੋਇਆ ਹੈ ਵੀ ਕਿਸੇ ਵੀ ਉਸ ਵਿਅਕਤੀ ਨੂੰ ਕਤਲ ਕਰ ਦਿੱਤਾ ਜਾਂਦਾ, ਜਾਂ ਜੇ ਕੋਈ ਉੱਚੇ ਅਹੁਦੇ 'ਤੇ ਆ ਤਾਂ ਉਹਦੀ ਸੋਸ਼ਲ ਮੀਡੀਆ 'ਤੇ ਗਾਲੀ ਗਲੋਚ ਕੀਤਾ ਜਾਂਦਾ, ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਜਾਂ ਖਾਸ ਕਰਕੇ ਸਰਕਾਰ ਦੇ ਉੱਚ ਨੁਮਾਇੰਦਿਆਂ ਦੇ ਖਿਲਾਫ ਬੋਲਦਾ, ਉਹਦੇ ਖਿਲਾਫ ਜਿਸ ਕਿਸਮ ਦਾ ਗਾਲੀ ਗਲੋਚ, ਖੂਨ ਖਰਾਬਾ, ਸ਼ਬਦਾਂ ਨਾਲ ਕਤਲ ਅਤੇ ਜਾਂ ਫਿਰ ਹਥਿਆਰਾਂ ਨਾਲ ਕਤਲ ਕੀਤੇ ਜਾਂਦੇ ਹਨ, ਉਸ ਸੰਦਰਭ ਵਿੱਚ ਪੂਰੇ ਮੁਲਕ ਵਿੱਚ ਇੱਕ ਹਵਾ ਬਣ ਗਈ ਹੋਈ ਹੈ ਵੀ ਅਸੀਂ ਹਰ ਕਿਸੇ ਨੂੰ ਹਥਿਆਰਾਂ ਦੀ ਨੋਕ 'ਤੇ ਦਬਾ ਸਕਦੇ ਹਾਂ ਜਾਂ ਹਰ ਕਿਸੇ ਦਾ ਜਿਹੜੀ ਜ਼ੁਬਾਨ ਹੈ ਉਹ ਬੰਦ ਕਰ ਸਕਦੇ ਹਾਂ। ਸੋ ਉਹ ਮਾਹੌਲ ਦੇ ਵਿੱਚ ਹੁਣ ਜਿਹੜਾ ਲੋਕਾਂ ਦੇ ਮੂੰਹ ਨੂੰ ਲਹੂ ਲੱਗ ਗਿਆ ਹੈ, ਉਹ ਹੁਣ ਚੀਨ ਨਾਲ ਜਿਹੜਾ ਝਗੜਾ ਹੋ ਰਿਹਾ ਹੈ ਉਹਦੇ ਵਿੱਚੋਂ ਵੀ ਉਸ ਕਿਸਮ ਦੀ ਸੈਟਿਸਫੈਕਸ਼ਨ ਭਾਲਦੇ ਹਨ। ਅਤੇ ਲਗਾਤਾਰ ਇਹ ਆਵਾਜ਼ਾਂ ਉੱਠ ਰਹੀਆਂ ਹਨ ਕਿ ਹੁਣ ਕਿਉਂ ਨਹੀਂ ਸਰਜੀਕਲ ਸਟ੍ਰਾਈਕ ਕੀਤੇ ਜਾ ਰਹੇ। ਸੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜੋ ਪਿਛਲੇ ਦਿਨੀਂ ਉਹਨਾਂ ਨੇ ਦੇਸ਼ ਨੂੰ ਸੰਬੋਧਨ ਕੀਤਾ ਹੈ, ਉਹਦੇ ਵਿੱਚ ਵੀ ਬੇਸ਼ੱਕ ਉਹਨਾਂ ਨੇ ਇਹ ਆਖਿਆ ਹੈ ਵੀ ਅਸੀਂ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪ੍ਰਤੀਬੱਧ ਹਾਂ, ਪਰ ਨਾਲ ਹੀ ਉਹਨਾਂ ਨੇ ਬਹੁਤ ਵੱਡਾ ਸ਼ਾਂਤੀ ਦਾ ਵੀ ਸੰਦੇਸ਼ ਦਿੱਤਾ ਹੈ। ਸੋ ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹ ਸ਼ਾਂਤੀ ਦਾ ਸੰਦੇਸ਼ ਵੱਧ ਲੱਗਦਾ ਹੈ, ਲੜਾਈ ਝਗੜੇ ਵਾਲਾ ਘੱਟ ਲੱਗਦਾ ਹੈ। ਹਾਲਾਂਕਿ ਇਹੋ ਜਿਹੀ ਘਟਨਾ ਗੁਆਂਢੀ ਮੁਲਕ ਪਾਕਿਸਤਾਨ ਨਾਲ ਹੋਈ ਹੁੰਦੀ ਤਾਂ ਹੁਣ ਨੂੰ ਆਪਾਂ ਦੇਖਿਆ ਹੀ ਹੈ ਵੀ ਜੰਗ ਕਿਉਂ ਨਹੀਂ ਲੱਗ ਰਹੀ, ਉਸ ਦੇ ਬੰਬਾਰਡਮੈਂਟ ਕੀਤੀ ਜਾਵੇ, ਲਾਹੌਰ ਨੂੰ ਤਬਾਹ ਕੀਤਾ ਜਾਵੇ, ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੇ ਨਾਅਰੇ ਸੀਗੇ ਉਹ ਸਾਡੇ ਮੀਡੀਆ 'ਤੇ ਲੱਗਦੇ ਰਹੇ ਆ। ਪਰ ਹੁਣ ਚੀਨ ਦੇ ਮਾਮਲੇ ਵਿੱਚ ਇਹ ਹੋ ਰਿਹਾ ਵੀ ਸਾਰੀਆਂ ਧਿਰਾਂ ਚੁੱਪ ਨੇ, ਕੁਛ ਵੀ ਨਹੀਂ ਦੱਸਿਆ ਜਾ ਰਿਹਾ। ਸੋ ਚੀਨ ਦਾ ਜਿਹੜਾ ਇਹ ਗਲਵਾਨ ਵੈਲੀ ਵਿੱਚ ਇਸ ਤਰ੍ਹਾਂ ਦਾ ਘਟਨਾਕ੍ਰਮ ਹੋਇਆ, ਇਹਦੇ ਕਈ ਤਰ੍ਹਾਂ ਦੇ ਪਹਿਲੂ ਨੇ। ਇੱਕ ਤਾਂ ਵੀ ਇਸ ਇਲਾਕੇ ਵਿੱਚ ਕਦੀ ਵੀ ਕੋਈ ਝੜਪ ਨਹੀਂ ਸੀ ਹੋਈ, ਕਦੀ ਵੀ ਮਸਲਾ ਇਸ ਤਰ੍ਹਾਂ ਖੜਾ ਨਹੀਂ ਸੀ ਹੋਇਆ, ਕਿਉਂਕਿ ਬਹੁਤੀ ਦੇਰ ਬਰਫ਼ ਪਈ ਰਹਿੰਦੀ ਹੈ। ਹੁਣ ਗਰਮੀਆਂ ਦਾ ਮੌਸਮ ਹੋਣ ਕਰਕੇ ਉੱਥੇ ਕੋਈ ਫੌਜੀ ਹਿਲਜੁਲ ਹੋਈ, ਔਰ ਪਿਛਲੇ 2 ਮਹੀਨਿਆਂ ਤੋਂ ਚੀਨ ਆ ਜਿਹੜਾ ਇਸ ਇਲਾਕੇ ਵਿੱਚ ਲਗਾਤਾਰ ਸਰਗਰਮੀਆਂ ਜਿਹੜੀ ਕਰ ਰਿਹਾ ਸੀ। ਇੱਕ ਤਾਂ ਵੀ ਇਸ ਇਲਾਕੇ 'ਚ ਕਦੀ ਵੀ ਸਰਗਰਮੀ ਨਹੀਂ ਹੋਈ, ਅਤੇ ਦੂਜਾ ਹੈਗਾ ਵੀ ਇਹ 1975 ਤੋਂ ਬਾਅਦ ਭਾਰਤ ਦੀ ਚੀਨ ਨਾਲ ਕਦੇ ਵੀ ਇਸ ਤਰ੍ਹਾਂ ਦੀ ਝੜਪ ਨਹੀਂ ਹੋਈ ਜਿਹਦੇ ਵਿੱਚ ਫੌਜੀ ਜਵਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂ ਹੋਣ। ਅਤੇ ਤੀਜਾ ਇਹ ਹੈਗਾ ਵੀ ਇਸ ਕਿਸਮ ਦਾ ਜਿਹੜੀ ਸ਼ਾਂਤੀ ਪਸਰੀ ਹੋਈ ਆ ਦੋਵਾਂ ਪਾਸਿਆਂ 'ਤੇ, ਵੀ ਕੁਛ ਵੀ ਨਹੀਂ ਦੱਸਿਆ ਜਾ ਰਿਹਾ। ਚੀਨ ਦਾ ਤਾਂ ਇਹ ਹੈਗਾ ਵੀ ਉਹਨੇ ਆਪਣਾ ਮੀਡੀਆ ਜਿਹੜਾ ਬਹੁਤ ਬੁਰੀ ਤਰ੍ਹਾਂ ਕਾਬੂ ਕੀਤਾ ਹੋਇਆ, ਉਹਨਾਂ ਦਾ ਜਿਹੜੀ ਇਨਫੋਰਮੇਸ਼ਨ ਦਾ ਫਲੋ ਆ ਉਹ ਬਿਲਕੁਲ ਕੰਟਰੋਲ ਹੈ। ਪਰ ਭਾਰਤ ਵੱਲੋਂ ਵੀ ਇਹ ਯਤਨ ਕੀਤੇ ਜਾ ਰਹੇ ਨੇ ਕਿ ਉਹ ਇਨਫੋਰਮੇਸ਼ਨ ਦੇ ਫਲੋ ਨੂੰ ਬਿਲਕੁਲ ਕੰਟਰੋਲ ਕਰ ਰਹੇ ਨੇ। ਉਹ ਮੀਡੀਆ ਜੋ ਲਗਾਤਾਰ ਜੰਗ ਦੇ ਦਾਗਮਜੇ ਮਾਰਦਾ ਹੈ ਔਰ ਜੋ ਦੁਸ਼ਮਣ ਦਾ ਸਿਰ ਭੰਨਣ ਦੀਆਂ ਲਗਾਤਾਰ ਧਮਕੀਆਂ ਦਿੰਦਾ ਰਹਿੰਦਾ ਹੈ,
ਉਹ ਬਿਲਕੁਲ ਚੁੱਪ ਕਰ ਗਿਆ ਹੈ। ਉਹ ਇੱਕ ਤਰ੍ਹਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰ ਰਿਹਾ ਹੈ। ਇਸੇ ਤਰ੍ਹਾਂ ਭਾਰਤ ਦਾ ਵਿਦੇਸ਼ ਮੰਤਰਾਲਾ ਅਤੇ ਭਾਰਤ ਦੀ ਰੱਖਿਆ ਵਜ਼ਾਰਤ ਆ ਜਿਹੜੀ, ਉਹ ਵੀ ਇੱਕ ਤਰ੍ਹਾਂ ਨਾਲ ਚੁੱਪ ਕਰਕੇ ਬੈਠ ਗਈ ਹੋਈ ਹੈ। ਸੋ ਹੁਣ ਇਹ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਹੈ ਭਾਰਤ ਦੇ ਡਿਪਲੋਮੈਟਸ ਲਈ ਅਤੇ ਉਹਨਾਂ ਫੌਜੀ ਅਧਿਕਾਰੀਆਂ ਲਈ ਜਿਹੜੇ ਲਗਾਤਾਰ ਇਹ ਦਾਅਵੇ ਕਰਦੇ ਸੀ ਕਿ ਅਸੀਂ ਇੱਕੋ ਵੇਲੇ 3 ਮੋਰਚਿਆਂ 'ਤੇ ਲੜਾਈ ਦੇ ਸਕਦੇ ਹਾਂ, ਚੀਨ ਵਾਲੇ ਮੋਰਚੇ 'ਤੇ ਪਾਕਿਸਤਾਨ ਵਾਲੇ ਮੋਰਚੇ 'ਤੇ ਅੱਧੀ ਲੜਾਈ ਹੈ ਜਿਹੜੀ ਉਹ ਕਹਿੰਦੇ ਵੀ ਕਸ਼ਮੀਰ 'ਚ ਸਾਡੀ ਲੱਗੀ ਹੋਈ ਹੈ। ਸੋ ਇਸ ਤਰ੍ਹਾਂ 3 ਮੋਰਚਿਆਂ 'ਤੇ ਲੜਨ ਦਾ ਦਾਅਵਾ ਕਰਨ ਵਾਲੇ ਹਾਲੇ ਸ਼ਾਂਤ ਨੇ। ਦੇਖੋ ਪਰਦੇ ਦੇ ਪਿੱਛੇ ਭਾਰਤੀ ਡਿਪਲੋਮੈਟਸ ਕੀ ਕਰਦੇ ਨੇ। ਅਤੇ ਖਬਰਾਂ ਇਹ ਆ ਰਹੀਆਂ ਨੇ ਹੁਣ ਜਿਹੜੀ ਇਨਫੋਰਮੇਸ਼ਨ ਨੂੰ ਰੋਕਿਆ ਜਾ ਰਿਹਾ ਹੈ, ਇਨਫੋਰਮੇਸ਼ਨ ਦੇ ਰੋਕਣ ਦੇ ਸੰਦਰਭ ਵਿੱਚ ਜੋ ਸਰਕਾਰ ਦਾ ਬਹੁਤ ਘੱਟ ਵਰਸ਼ਨ ਹੈ ਉਹ ਆ ਰਿਹਾ ਹੈ। ਸਰਕਾਰ ਕਹਿ ਰਹੀ ਹੈ ਵੀ ਅਸੀਂ ਸਥਿਤੀ ਨੂੰ ਡੀ-ਐਸਕਾਲੇਟ ਕਰਨ ਦਾ ਯਤਨ ਕਰ ਰਹੇ ਹੈਗੇ ਹਾਂ। ਅਤੇ ਦੂਜਾ ਇਹ ਕਹਿ ਰਿਹਾ ਵੀ ਚੀਨ ਨੇ ਸਾਡਾ ਕੋਈ ਵੀ ਇਲਾਕਾ ਨਹੀਂ ਦੱਬਿਆ। ਹੁਣ ਜਦੋਂ ਇਹ ਆਪਣੇ ਆਪ ਵਿੱਚ ਹੀ ਆਪਾ ਵਿਰੋਧੀ ਹੈ। ਜੇ ਚੀਨ ਨੇ ਕੋਈ ਵੀ ਇਲਾਕਾ ਨਹੀਂ ਦੱਬਿਆ ਤਾਂ ਫਿਰ ਸਥਿਤੀ ਨੂੰ ਡੀ-ਐਸਕਾਲੇਟ ਕਿਉਂ ਕੀਤਾ ਜਾ ਰਿਹਾ ਹੈ? ਇਹਦਾ ਮਤਲਬ ਡੀ-ਐਸਕਾਲੇਸ਼ਨ ਦਾ ਤਾਂ ਮਤਲਬ ਹੀ ਇਹ ਹੈ ਵੀ ਚੀਨ ਤੁਹਾਡੇ ਇਲਾਕਿਆਂ ਵਿੱਚ ਘੁਸਪੈਠ ਕਰ ਚੁੱਕਿਆ ਹੋਇਆ ਹੈ। ਹੁਣ ਗੱਲਬਾਤ ਰਾਹੀਂ ਉਹਨੂੰ ਪਿੱਛੇ ਲਿਜਾਣ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹੋਣਗੇ। ਸੋ ਡੀ-ਐਸਕਾਲੇਸ਼ਨ ਦਾ ਮਤਲਬ ਹੈ ਵੀ ਚੀਨ ਤੁਹਾਡੇ ਇਲਾਕਿਆਂ ਵਿੱਚ ਅੱਗੇ ਆ ਗਿਆ ਹੋਇਆ ਹੈ। ਅਤੇ ਦੂਜਾ ਇਹ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਡੀ-ਐਸਕਾਲੇਸ਼ਨ ਦਾ ਮਤਲਬ ਕੀ ਹੈ। ਆਇਆ ਜਿਹੜਾ 60 ਕਿਲੋਮੀਟਰ ਸਕੁਏਅਰ ਦਾ ਇਲਾਕਾ ਚੀਨ ਨੇ ਦੱਬ ਲਿਆ, ਹੁਣ ਉਹ ਉਹਦੇ ਕਬਜ਼ੇ ਵਿੱਚ ਰਹੂਗਾ ਜਾਂ ਭਾਰਤੀ ਫੌਜ ਜਾਂ ਭਾਰਤੀ ਅਧਿਕਾਰੀ ਚੀਨ ਨੂੰ ਪਿੱਛੇ ਧੱਕ ਕੇ ਉਹਦੀ ਆਪਣੀ ਅਸਲ ਕੰਟਰੋਲ ਰੇਖਾ 'ਤੇ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਜਾਂ ਇਹ ਵੀ ਹੋ ਸਕਦਾ ਵੀ ਭਾਰਤ ਹੁਣ ਮੋੜਵੇਂ ਹੱਲੇ ਵਜੋਂ ਉਹਨਾਂ ਦਾ ਇਲਾਕਾ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ। ਸੋ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਸਿਚੁਏਸ਼ਨ ਆ ਉਹ ਸਾਹਮਣੇ ਨਹੀਂ ਆ ਰਹੀ। ਲਗਾਤਾਰ ਇਨਫੋਰਮੇਸ਼ਨ ਦੇ ਫਲੋ ਨੂੰ ਦੱਬ ਕੇ ਰੱਖਿਆ ਜਾ ਰਿਹਾ। ਉਹ ਭਾਰਤੀ ਡਿਪਲੋਮੇਸੀ ਦਾ ਅਤੇ ਭਾਰਤੀ ਫੌਜ ਦਾ ਅਸੀਂ ਸਮਝਦੇ ਹਾਂ ਇਹ ਇੱਕ ਬਹੁਤ ਵੱਡਾ ਇਮਤਿਹਾਨ ਹੋ ਰਿਹਾ ਹੈ। ਪਹਿਲੀ ਵਾਰ ਉਹਨਾਂ ਨੂੰ ਇਸ ਮੋਰਚੇ 'ਤੇ ਇੱਕ ਚੁਣੌਤੀ ਮਿਲੀ ਹੈ ਅਤੇ ਜਿਸ ਕਿਸਮ ਦੇ ਹਾਲਾਤ ਉਹਨਾਂ ਨੇ ਦੇਸ਼ ਵਿੱਚ ਬਣਾ ਲਏ ਹੋਏ ਹਨ, ਜਿਸ ਕਿਸਮ ਦੀ ਖੁੰਖਾਰੂ ਅਤੇ ਮਾਰੋ ਮਰਾਈ ਵਾਲੀ ਸਥਿਤੀ ਉਹਨਾਂ ਨੇ ਦੇਸ਼ ਦੇ ਅੰਦਰ ਪੈਦਾ ਕਰ ਲਈ ਹੋਈ ਹੈ ਵੀ ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਊਗਾ, ਹਰ ਬੰਦੇ ਨੂੰ ਗ੍ਰਿਫਤਾਰ ਕਰਕੇ ਅੰਦਰ ਧੱਕ ਦਿਓ, ਕੋਈ ਵੀ ਆਵਾਜ਼ ਜਿਹੜੀ ਸਰਕਾਰ ਦੇ ਖਿਲਾਫ ਉੱਠਦੀ ਹੈ ਉਹਨੂੰ ਜ਼ਬਰ ਨਾਲ ਬੰਦ ਕਰ ਦਿਓ। ਉਸ ਸਥਿਤੀ ਵਿੱਚ ਹੁਣ ਜਿਨ੍ਹਾਂ ਲੋਕਾਂ ਦੀਆਂ ਉਮੀਦਾਂ ਅਤੇ ਆਸ਼ਾਵਾਂ ਬਹੁਤ ਵੱਧ ਗਈਆਂ ਹਨ ਉਹਨਾਂ ਨੂੰ ਕਿਸ ਤਰ੍ਹਾਂ ਸੈਟਿਸਫਾਈ ਕੀਤਾ ਜਾਊਗਾ, ਇਹ ਭਾਰਤੀ ਨੇਤਾਵਾਂ ਲਈ ਬਹੁਤ ਚੁਣੌਤੀ ਵਾਲੀ ਹੋਵੇਗੀ। ਖਾਸ ਕਰਕੇ ਭਾਰਤੀ ਮੀਡੀਆ ਲਈ ਵੀ ਜੋ ਲਗਾਤਾਰ ਜੰਗ ਦੀਆਂ ਟਾਰਾਂ ਮਾਰਦਾ ਰਿਹਾ ਹੈ। ਔਰ ਜਦੋਂ ਪੰਜਾਬ ਵਿੱਚ ਕੁਝ ਸਮਾਂ ਪਹਿਲਾਂ ਜੰਗ ਦੇ ਬੱਦਲ ਛਾਏ ਸਨ ਤਾਂ ਪੰਜਾਬ ਦੇ ਪੇਂਡੂ ਖੇਤਰਾਂ ਜਿਹੜੇ ਬਾਰਡਰ ਏਰੀਏ ਦੇ ਲੋਕ ਨੇ ਉਹਨਾਂ ਨੇ ਵੀਡੀਓਜ਼ ਬਣਾ ਕੇ ਪਾਈਆਂ ਸੀ ਵੀ ਜੰਗ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਜੰਗ ਨੂੰ ਹੰਢਾਉਣਾ ਬਹੁਤ ਔਖਾ ਹੈ। ਪਰ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੀ ਵੀ ਤੁਸੀਂ ਜੰਗ ਤੋਂ ਡਰਦੇ ਹੋ। ਔਰ ਉਹਨਾਂ ਨੂੰ ਇਹ ਉਪਦੇਸ਼ ਦਿੱਤੇ ਗਏ ਸੀ ਵੀ ਅਸੀਂ ਤੁਹਾਡੇ ਇਲਾਕਿਆਂ ਵਿੱਚ ਜਾ ਕੇ ਜੰਗ ਜਿੱਤ ਕੇ ਦਿਖਾਵਾਂਗੇ। ਇੱਕ ਹੋਰ ਬੱਚੀ ਜਿਸ ਦੇ ਪਿਤਾ 1999 ਵਿੱਚ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ, ਉਸ ਬੱਚੀ ਨੇ ਜਦੋਂ ਇਹ ਗੱਲ ਪਾਈ ਸੀ ਵੀ ਮੇਰੇ ਪਿਤਾ ਨੂੰ ਕਿਸੇ ਮੁਲਕ ਨੇ ਨਹੀਂ ਮਾਰਿਆ, ਮੇਰੇ ਪਿਤਾ ਨੂੰ ਜੰਗ ਨੇ ਮਾਰਿਆ ਹੈ, ਸੋ ਸਾਨੂੰ ਜੰਗ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਉਸ ਬੱਚੀ ਦੀ ਜਿੰਨੀ ਬੇਇੱਜ਼ਤੀ ਕੀਤੀ ਗਈ ਸੋਸ਼ਲ ਮੀਡੀਆ 'ਤੇ ਔਰ ਉਹਨੂੰ ਜਾਨ ਬਚਾ ਕੇ ਭੱਜਣਾ ਪਿਆ, ਲੁਕਣਾ ਪਿਆ ਕਿਸੇ ਥਾਂ 'ਤੇ। ਸੋ ਜਦੋਂ ਇਸ ਕਿਸਮ ਦਾ ਮਾਹੌਲ ਦੇਸ਼ ਵਿੱਚ ਬਣ ਗਿਆ ਹੋਵੇ, ਉਸ ਮਾਹੌਲ ਵਿੱਚ ਹੁਣ ਤੁਸੀਂ ਚੀਨ ਦੇ ਇਸ ਹਮਲੇ ਦਾ ਕਿਵੇਂ ਟਾਕਰਾ ਕਰੋਗੇ, ਇਹ ਬਹੁਤ ਦੇਖਣ ਵਾਲੀ ਗੱਲ ਹੋਊਗੀ। ਪ੍ਰਧਾਨ ਮੰਤਰੀ ਦਾ ਪਹਿਲਾ ਸੰਦੇਸ਼ ਸ਼ਾਂਤੀ ਦਾ ਸੁਨੇਹਾ ਦੇਣ ਵਾਲਾ ਹੈ, ਪਰ ਅਗਲੇ ਦਿਨਾਂ ਦੌਰਾਨ ਜੇ ਉਹਨਾਂ ਨੇ ਕੋਈ ਖਾਸ ਸਟੈਪ ਨਾ ਚੱਕੇ, ਭਾਰਤ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੱਕੇ ਜਾਂਦੇ ਤਾਂ ਇਸ ਦਾ ਉਹਨਾਂ ਲੋਕਾਂ ਦੀ ਮਾਨਸਿਕਤਾ 'ਤੇ ਬਹੁਤ ਬੁਰਾ ਅਸਰ ਪਊਗਾ ਜਿਨ੍ਹਾਂ ਨੇ ਜੰਗ ਨੂੰ ਆਪਣੀ ਮਾਨਸਿਕਤਾ ਵਿੱਚ ਵਸਾ ਲਿਆ ਹੋਇਆ ਹੈ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਹਰ ਚੀਜ਼ ਜੰਗ ਜਿੱਤ ਕੇ ਹੀ ਕੀਤੀ ਜਾ ਸਕਦੀ ਹੈ। ਸੋ ਭਾਰਤ ਦੀ ਡਿਪਲੋਮੈਸੀ ਦਾ, ਭਾਰਤ ਦੀ ਸਰਕਾਰ ਦਾ ਅਤੇ ਭਾਰਤ ਦੀ ਫੌਜ ਦਾ ਇਹ ਇੱਕ ਬਹੁਤ ਵੱਡੀ ਪਰਖ ਦੀ ਘੜੀ ਹੈ। ਉਹਨਾਂ ਲਈ ਇੱਕ ਬਹੁਤ ਵੱਡਾ ਇਮਤਿਹਾਨ ਹੈ। ਦੇਖੋ ਉਹ ਇਸ ਇਮਤਿਹਾਨ ਵਿੱਚ ਕਿਸ ਤਰ੍ਹਾਂ ਅੱਗੇ ਵਧਦੇ ਹਨ। ਦੂਜੇ ਪਾਸੇ ਇਹ ਆ ਰਿਹਾ ਹੈ ਕਿ ਚੀਨ ਨੂੰ ਆਰਥਿਕ ਤੌਰ 'ਤੇ ਟੱਕਰ ਦੇਣ ਲਈ ਜਾਂ ਉਹਦਾ ਆਰਥਿਕ ਤੌਰ 'ਤੇ ਨੁਕਸਾਨ ਕਰਨ ਲਈ ਚੀਨ ਦੀਆਂ ਚੀਜ਼ਾਂ ਖਰੀਦਣ ਦੇ ਖਿਲਾਫ ਦੇਸ਼ ਵਿੱਚ ਮੁਹਿੰਮ ਵੱਧ ਰਹੀ ਹੈ। ਅਸੀਂ ਸਮਝਦੇ ਹਾਂ ਕਿ ਚੀਨ ਨੇ ਆਰਥਿਕ ਤੌਰ 'ਤੇ ਤੁਹਾਡੇ ਬਾਜ਼ਾਰ ਵਿੱਚ ਇੰਨਾ ਗਲਬਾ ਪਾ ਲਿਆ ਹੈ ਕਿ ਤੁਸੀਂ ਚਾਹੁੰਦੇ ਹੋਏ ਵੀ ਚੀਨ ਦੀਆਂ ਚੀਜ਼ਾਂ ਖਰੀਦਣ ਤੋਂ ਦਾ ਵਿਰੋਧ ਨਹੀਂ ਕਰ ਸਕਦੇ, ਉਹ ਤੋਂ ਮੁਕਤ ਨਹੀਂ ਹੋ ਸਕਦੇ। ਹੋ ਸਕਦਾ ਹੈ ਜੰਗ ਦੇ ਇਸ ਮਾਹੌਲ ਵਿੱਚ 10-15% ਉਹਦੇ ਬਿਜ਼ਨਸ 'ਤੇ ਫਰਕ ਪਵੇ, ਪਰ ਜਿਸ ਕਿਸਮ ਨਾਲ ਉਹ ਛਾਇਆ ਹੋਇਆ ਹੈ ਭਾਰਤੀ ਬਾਜ਼ਾਰ ਵਿੱਚ, ਅਤੇ ਉਸ ਤੋਂ ਸਾਨੂੰ ਨਹੀਂ ਲੱਗਦਾ, ਕਿਉਂਕਿ ਉਹ ਚੀਜ਼ਾਂ
ਜੋ ਚੀਨ ਤੋਂ ਬਣ ਕੇ ਸਸਤੇ ਭਾਅ ਆ ਰਹੀਆਂ ਨੇ, ਉਹ ਲੋਕਾਂ ਦੀ ਜ਼ਰੂਰਤ ਬਣ ਗਈਆਂ ਹਨ। ਉਹਨਾਂ ਨੇ ਮਾਨਸਿਕ ਤੌਰ 'ਤੇ ਉਹਨਾਂ ਚੀਜ਼ਾਂ ਦੀ ਗੁਲਾਮੀ ਕਬੂਲ ਕਰ ਲਈ ਹੋਈ ਹੈ। ਸੋ ਜਦੋਂ ਲੋਕ ਮਾਨਸਿਕ ਗੁਲਾਮੀ ਵਿੱਚ ਰਹਿ ਰਹੇ ਹੋਣ, ਉਸ ਵੇਲੇ ਚੀਨ ਦੀਆਂ ਚੀਜ਼ਾਂ ਦਾ ਬਾਈਕਾਟ ਕਰਨਾ ਸਾਨੂੰ ਲੱਗਦਾ ਨਹੀਂ ਕਿ ਕੋਈ ਬਹੁਤੇ ਅਰਥ ਰੱਖੇਗਾ। ਸੋ ਚੀਨ ਨਾਲ ਇਹ ਇੱਕ ਤਰ੍ਹਾਂ ਨਾਲ ਬਿਲਕੁਲ ਵੱਖਰੀ ਕਿਸਮ ਦੀ ਜੰਗ ਆ ਜਿਹੜੀ ਸ਼ੁਰੂ ਹੋਈ ਹੈ, ਔਰ ਖ਼ਾਸ ਤੌਰ 'ਤੇ ਇਹਦੇ ਵਿੱਚ ਇਹ ਆ ਰਿਹਾ ਹੈਗਾ ਵੀ ਜਿਹੜੀ ਲੜਾਈ ਹੋਈ ਆ ਉਹ ਹੱਥਾਂ ਨਾਲ ਜਾਂ ਮਾੜੇ ਮੋਟੇ ਟਾਕੂਆਂ ਨਾਲ ਜਾਂ ਪੱਥਰਾਂ ਨਾਲ ਹੋਈ ਹੈ। ਸੋ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਈਏ ਕਿ ਚੀਨ ਨਾਲ ਇਹ ਸਮਝੌਤਾ ਹੋਇਆ ਸੀਗਾ ਵੀ ਜਦੋਂ LAC ਦਾ ਹੁਣ ਪਿਛਲੀਆਂ ਫੌਜੀ ਮੀਟਿੰਗਾਂ ਹੋਈਆਂ ਵੀ ਇਹਨਾਂ ਥਾਵਾਂ 'ਤੇ ਜਦੋਂ ਗਸ਼ਤ ਕਰਨੀ ਹੈ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ, ਤਾਂ ਉਹ ਹਥਿਆਰ ਲੈ ਕੇ ਗਸ਼ਤ ਨਹੀਂ ਕਰਨਗੀਆਂ, ਖਾਲੀ ਹੱਥ ਗਸ਼ਤ ਕਰਨਗੀਆਂ। ਐਸੇ ਕਰਕੇ ਹਥਿਆਰ ਨਾ ਹੋਣ ਕਾਰਨ ਇੱਟਾਂ ਪੱਥਰਾਂ ਨਾਲ ਜਾਂ ਜੋ ਕੁਝ ਵੀ ਹੱਥ ਆਇਆ ਉਹਨਾਂ ਨਾਲ ਇਹ ਲੜਾਈ ਹੋਈ ਹੈ। ਹਾਲੇ ਚੀਨ ਦੇ ਕਿੰਨੇ ਲੋਕ ਮਾਰੇ ਗਏ ਨੇ, ਕਿੰਨੇ ਫੌਜੀ ਮਾਰੇ ਗਏ ਆ, ਇਸ ਬਾਰੇ ਬਿਲਕੁਲ ਵੀ ਕੋਈ ਖਬਰ ਨਹੀਂ ਆ ਰਹੀ। ਪਰ ਭਾਰਤ ਵੱਲੋਂ 20 ਜਾਂ 20 ਤੋਂ ਵੱਧ, ਕੁਛ ਅਖਬਾਰਾਂ 35 ਲਿਖ ਰਹੀਆਂ ਨੇ, ਕੁਛ ਅਖਬਾਰਾਂ 20 ਲਿਖ ਰਹੀਆਂ ਨੇ। ਸੋ ਇਹ ਸਥਿਤੀ ਹੈ ਜਿਹੜੀ ਭਾਰਤ ਦੀ। ਪਰ ਇਸ ਹਮਲੇ ਨੇ ਭਾਰਤ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਸੋ ਉਸ ਲਈ ਜਿਹੜਾ ਪਾਕਿਸਤਾਨ ਵਾਲਾ ਜਿਹੜੀ ਚੁਣੌਤੀ ਸੀ, ਅਸੀਂ ਸਮਝਦੇ ਹਾਂ ਕਿ ਦੂਜੇ ਦਰਜੇ 'ਤੇ ਚਲੀ ਗਈ ਹੈ। ਭਾਰਤੀ ਫੌਜਾਂ ਨੂੰ ਅਤੇ ਡਿਪਲੋਮੈਟਸ ਨੂੰ ਹੁਣ ਆਪਣੀ ਸਾਰੀ ਸ਼ਕਤੀ ਔਰ ਜਿਹੜੀ ਆਪਣੀ ਵਿਦਵਤਾ ਹੈ ਉਹ ਚੀਨ 'ਤੇ ਕੌਨਸਨਟਰੇਟ ਕਰਨੀ ਪਊਗੀ, ਕਿਉਂ ਨਹੀਂ ਤਾਂ ਚਾਈਨਾ ਜਿਸ ਕਿਸਮ ਨਾਲ ਅਗਰੈਸਿਵ ਹੋ ਰਿਹਾ ਹੈ ਡਿਪਲੋਮੈਟਿਕਲੀ ਵੀ ਅਤੇ ਫੌਜੀ ਤੌਰ 'ਤੇ ਵੀ, ਅਤੇ ਇੱਕ ਤਰ੍ਹਾਂ ਨਾਲ ਆਰਥਿਕ ਤੌਰ 'ਤੇ ਅਮਰੀਕਾ ਨੇ ਉਹਦੇ ਖਿਲਾਫ ਜੋ ਪਾਬੰਦੀਆਂ ਲਾਈਆਂ ਨੇ ਉਹਦੇ ਕਰਕੇ ਚੀਨ ਡੈਸਪਰੇਟ ਤਾਂ ਹੈ, ਕਿਉਂਕਿ ਉਹਦੀ ਆਰਥਿਕਤਾ ਨੂੰ ਉਹਨਾਂ ਪਾਬੰਦੀਆਂ ਕਾਰਨ ਕਾਫੀ ਵੱਡੀ ਸੱਟ ਵੱਜਣ ਵਾਲੀ ਹੈ। ਅਤੇ ਦੂਜਾ ਹੁਆਵੀ ਕੰਪਨੀ ਜਿਹੜੀ ਚਾਈਨਾ ਦੀ ਇੱਕ ਤਰ੍ਹਾਂ ਨਾਲ ਸਟੇਟ ਕੰਪਨੀ ਦੇ ਤੌਰ 'ਤੇ ਮੰਨੀ ਜਾਂਦੀ ਹੈ, ਉਹਦੀ ਜਿਹੜੀ ਇੱਕ ਤਰ੍ਹਾਂ ਨਾਲ ਡਾਇਰੈਕਟਰ ਹੈ, ਸੈਂਟਰਲ ਫਾਈਨੈਂਸ਼ੀਅਲ ਆਫਿਸਰ ਹੈ, ਉਹਦਾ ਜਿਹੜਾ ਕੈਨੇਡਾ ਵਿੱਚ ਐਕਸਟ੍ਰਾਡੀਸ਼ਨ ਦਾ ਕੇਸ ਚੱਲ ਰਿਹਾ ਸੀ, ਉਹ ਵੀ ਇੱਕ ਤਰ੍ਹਾਂ ਨਾਲ ਪੋਜ਼ੀਟਿਵ ਚੱਲ ਰਿਹਾ ਹੈ ਅਤੇ ਹੋ ਸਕਦਾ ਹੈ ਉਹਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਜਾਵੇ। ਸੋ ਜੇ ਉਹਦੀ ਹਵਾਲਗੀ ਹੋ ਜਾਂਦੀ ਹੈ ਉਸ ਲੇਡੀ ਦੀ, ਤਾਂ ਚਾਈਨਾ ਲਈ ਹੋਰ ਕਾਫੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਭਾਰਤ ਨੂੰ ਜਿਹੜੀ ਉਹਨੇ ਚੁਣੌਤੀ ਦਿੱਤੀ ਹੈ ਵਾਇਆ ਨੇਪਾਲ ਅਤੇ ਸਿੱਧਾ ਗਲਵਾਨ ਵੈਲੀ ਰਾਹੀਂ, ਇਹ ਕਾਫੀ ਇੱਕ ਤਰ੍ਹਾਂ ਨਾਲ ਸਖਤ ਚੁਣੌਤੀ ਹੈ। ਅਗਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਭਾਰਤ ਇਸ ਚੁਣੌਤੀ ਦਾ ਮੁਕਾਬਲਾ ਉਸੇ ਤਰ੍ਹਾਂ ਕਰ ਸਕਦਾ ਹੈ ਜਿਸ ਤਰ੍ਹਾਂ ਕਸ਼ਮੀਰ ਵਾਦੀ ਵਿੱਚ ਜਦੋਂ 40 ਫੌਜੀ ਕਤਲ ਕਰ ਦਿੱਤੇ ਗਏ ਸਨ, ਉਹਨਾਂ ਤੋਂ ਬਾਅਦ ਪਾਕਿਸਤਾਨ ਨਾਲ ਲੋਹਾ ਲਿਆ ਗਿਆ ਸੀ। ਸੋ ਆਇਆ ਉਸ ਰਵਾਇਤ 'ਤੇ ਹੀ ਅੱਗੇ ਵਧਿਆ ਜਾਂਦਾ ਹੈ ਜਾਂ ਸ਼ਾਂਤੀ ਦਾ ਜਿਹੜਾ ਮਸਲਾ ਹੈ ਉਹਨੂੰ ਅੱਗੇ ਲੈ ਕੇ ਚੱਲਿਆ ਜਾਵੇਗਾ। ਜੇ ਸ਼ਾਂਤੀ ਵਾਲੇ ਪਾਸੇ ਚੱਲਿਆ ਜਾਵੇਗਾ ਤਾਂ ਦੇਸ਼ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸੱਟ ਵੱਜਦੀ ਹੈ। ਸੋ ਭਾਰਤੀ ਸਰਕਾਰ, ਭਾਰਤੀ ਮੀਡੀਆ ਜਾਂ ਸਰਕਾਰਾਂ ਉਹ ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਜਿਹੜੇ ਜ਼ਖਮ ਲੱਗਣੇ ਆ ਉਹਨਾਂ ਨੂੰ ਕਿਸ ਤਰ੍ਹਾਂ ਟੋਲਰੇਟ ਕਰਨਗੀਆਂ, ਇਹ ਦੇਖਣ ਵਾਲੀ ਗੱਲ ਹੋਵੇਗੀ।